हाँ जी, सब तो पहला बच्चे ट्रेडिंग प्रॉफिट एंड लॉस अकाउंट बनाने वास्ते ਆਪਾਂ ਕੀ ਲਵਾਂਗੇ ਸੇਲਸ, ਦੈਨ ਉਹਦੇ ਚੋਂ ਰਿਟਰਨਸ ਨੇ ਜਿਹੜੀਆਂ ਉਹ ਲੈਸ ਹੋ ਜਾਣਗੀਆਂ, ਦੈਨ ਕਲੋਜ਼ਿੰਗ ਸਟਾਕ। ਠੀਕ ਹੈ, ਔਰ ਇਸ ਕ੍ਰੈਡਿਟ ਸਾਈਡ ਤੇ ਪਾਉਣ ਲਈ ਹੋਰ ਆਪਣੇ ਕੋਲ ਕੋਈ ਵੀ ਆਈਟਮ ਨਹੀਂ ਹੁੰਦੀ, ਇਸ ਕਰਕੇ ਆਪਾਂ ਕੀ ਕਰਨਾ ਹੈ ਹੁਣ ਡੈਬਿਟ ਸਾਈਡ ਵੱਲ ਮੂਵ ਕਰਾਂਗੇ। ਓਪਨਿੰਗ ਸਟਾਕ, ਪਰਚੇਜ਼, ਲੈਸ ਪਰਚੇਜ਼ ਰਿਟਰਨ ਐਂਡ ਵੇਜਿਸ। ਹੁਣ ਸਾਰੀਆਂ ਜਦੋਂ ਆਈਟਮਸ ਨੂੰ ਆਪਾਂ ਟੋਟਲ ਕੀਤਾ ਤਾਂ ਆਪਣੀ ਡੈਬਿਟ ਸਾਈਡ ਜ਼ਿਆਦਾ ਆ ਰਹੀ ਹੈ, ਕ੍ਰੈਡਿਟ ਸਾਈਡ ਆਊਗੀ ਇੱਥੇ ਘੱਟ। ਠੀਕ ਹੈ, ਸੋ ਇਸ ਕਰਕੇ ਆਪਾਂ ਕੀ ਕਰਾਂਗੇ 2,26,000 ਦੀ ਅਮਾਊਂਟ ਹੈ ਜਿਹੜੀ ਉਹ ਡੈਬਿਟ ਸਾਈਡ ਨੂੰ ਟੋਟਲ ਕਰਕੇ ਆਈ ਹੈ। ਹੁਣ ਡੈਬਿਟ ਸਾਈਡ ਜ਼ਿਆਦਾ, ਜਿਹੜੀ ਸਾਈਡ ਜ਼ਿਆਦਾ ਹੁੰਦੀ ਹੈ ਆਪਾਂ ਉਹਨੂੰ ਦੋਨੋਂ ਸਾਈਡ ਨੋਟ ਕਰਾਂਗੇ। ਠੀਕ ਹੈ ਜੀ, ਤੇ ਸਾਡੇ ਕੋਲ ਲਾਸ ਕਿੰਨਾ ਨਿਕਲਿਆ ਬੱਚੇ ਇੱਥੇ 17,000। ਆਪਾਂ ਇਹ ਕੁਐਸਚਨ ਨੂੰ ਨਾ ਚੰਗੀ ਤਰ੍ਹਾਂ ਕਰ ਲੈਂਦੇ ਹਾਂ, 1 ਮਿੰਟ ਵਿੱਚ। ਇਹਦੀ ਬੈਲੈਂਸ ਸ਼ੀਟ ਵੀ ਹੈ, ਤੁਹਾਨੂੰ ਸਾਰਾ ਕੰਪਲੀਟ ਹੀ ਕਰਵਾ ਦਿੰਦੀ ਹਾਂ ਮੈਂ। ਵੇਟ, ਸਾਰੇ ਆਪਣੀ ਆਪਣੀ ਨੋਟਬੁੱਕ ਜਿਹਦੇ ਤੇ ਤੁਸੀਂ ਕੀਤਾ ਉਹਦੇ ਨਾਲ ਟੈਲੀ ਕਰ ਲਿਓ ਇਹਨੂੰ। ਹਾਂਜੀ ਬੇਟਾ, ਇਹ ਕੁਐਸਚਨ ਆਪਾਂ ਕਰਦੇ ਹਾਂ ਕੰਪਲੀਟ। ਮੈਂ ਸਕਰੀਨ ਸ਼ੇਅਰ ਕਰਦੀ ਹਾਂ ਤੁਹਾਡੇ ਨਾਲ, ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਦੇਖ ਲਾਂਗੇ ਕੁਐਸਚਨ ਨੂੰ ਕਿੱਦਾਂ, ਕਿੱਥੇ ਕੋਈ ਪ੍ਰੋਬਲਮ ਹੈ ਤਾਂ। ਹਾਂਜੀ ਬੇਟਾ, ਦੇਖੋ ਸਕਰੀਨ ਸ਼ੇਅਰ ਕਰ ਰਹੀ ਹਾਂ ਮੈਂ। ਕੁਐਸਚਨ ਹੈ ਜਿਹੜਾ ਆਪਾਂ ਤੁਹਾਨੂੰ ਘਰ ਤੋਂ ਕਰਨ ਲਈ ਮੈਂ ਦਿੱਤਾ ਸੀਗਾ, ਉਸਦਾ ਆਨਸਰ ਦੇਖੋ ਕਿੱਦਾਂ ਕੀਤਾ ਹੋਇਆ ਆਪਾਂ। Look at this and first of all ਓਪਨਿੰਗ ਸਟਾਕ ਹੈ ਬੱਚੇ ਸਾਡੇ ਕੋਲੇ। ਠੀਕ ਹੈ, ਸਾਡੇ ਕੋਲ ਹੁਣ ਇੱਥੇ ਗ੍ਰੋਸ ਲਾਸ ਆ ਗਿਆ ਬੇਟਾ। ਗ੍ਰੋਸ ਲਾਸ ਹੈ ਜਿਹੜਾ ਇਹ ਅਮਾਊਂਟ ਕਿੱਥੋਂ ਆਈ ਹੈ, ਕਿਉਂਕਿ ਆਪਣੀ ਡੈਬਿਟ ਸਾਈਡ ਸੀਗੀ ਜਿਹੜੀ ਜ਼ਿਆਦਾ ਸੀਗੀ ਤੇ ਕ੍ਰੈਡਿਟ ਸਾਈਡ ਕੀ ਆ ਉਹ ਕੀ ਹੈ ਘੱਟ। ਇਸ ਕਰਕੇ ਜਦੋਂ ਐਕਸਪੈਂਸਿਸ ਜ਼ਿਆਦਾ ਹੋਣ, ਇਨਕਮ ਘੱਟ ਹੋਵੇ ਤਾਂ ਅਸੀਂ ਸਾਡੇ ਕੋਲ ਕੀ ਆ ਜਾਂਦੇ ਨੇ ਗ੍ਰੋਸ ਲਾਸ ਆ ਗਿਆ। ਠੀਕ ਹੈ, ਉਦੋਂ ਬਾਅਦ ਆਪਾਂ ਬਣਾਵਾਂਗੇ ਪ੍ਰੋਫਿਟ ਐਂਡ ਲਾਸ ਅਕਾਊਂਟ। ਸੋ ਜਿਹੜਾ ਗ੍ਰੋਸ ਲਾਸ ਸੀਗਾ ਉਹ ਆਪਾਂ ਨੇ ਅੱਗੇ ਲੈ ਆਂਦਾ ਹੁਣ। ਠੀਕ ਹੈ, ਇਹਨੂੰ ਆਪਾਂ ਡੈਬਿਟ ਸਾਈਡ ਸ਼ੋ ਕਰਾਂਗੇ। ਦੈਨ ਸੈਲਰੀਜ਼, ਹੁਣ ਅੱਗੇ ਕੀ ਆ ਗਿਆ ਤੁਹਾਨੂੰ ਐਡੀਸ਼ਨਲ ਇਨਫੋਰਮੇਸ਼ਨ ਦਿੱਤੀਆਂ ਹੋਣਗੀਆਂ ਆਊਟਸਟੈਂਡਿੰਗ ਸੈਲਰੀਜ਼ ਨੂੰ। ਜਿਹੜੀ ਆਊਟਸਟੈਂਡਿੰਗ ਐਕਸਪੈਂਸ ਹੁੰਦੇ ਨੇ ਆਪਣੇ, ਉਹਨਾਂ ਨੂੰ ਆਪਾਂ ਕੀ ਕਰਾਂਗੇ ਉਹ ਹਮੇਸ਼ਾ ਆਊਟਸਟੈਂਡਿੰਗ ਜੋ ਵੀ ਐਕਸਪੈਂਸਿਸ ਹੁੰਦੇ ਆ ਸਾਡੇ ਉਹ ਕੀ ਕਰਦੇ ਨੇਗੇ ਐਡ ਕੀਤੇ ਜਾਂਦੇ ਨੇ ਕਿਹਦੇ ਨਾਲ ਪਰਟੀਕੁਲਰ ਆਈਟਮ ਦੇ ਵਿੱਚ। ਕਿਉਂ ਐਡ ਕਰਦੇ ਆ ਜੀ ਉਹਨਾਂ ਨੂੰ, ਕਿਉਂਕਿ ਇਹ ਕਲੀਅਰ ਹੈ ਕਿ ਉਹ ਐਕਸਪੈਂਸਿਸ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਐਕਸਪੈਂਸਿਸ ਸਾਨੂੰ ਪੇ ਕਰਨੇ ਪੈਣਗੇ, ਇਸ ਕਰਕੇ ਆਪਾਂ ਉਹਨਾਂ ਨੂੰ ਐਡ ਕਰਦੇ ਹਾਂ। ਠੀਕ ਹੈ ਜੀ, ਡਿਸਕਾਊਂਟ ਅਲਾਉਡ ਇਜ਼ ਆਲਸੋ ਐਨ ਐਕਸਪੈਂਸ। ਦੈਨ ਇੰਸ਼ੋਰੈਂਸ, ਹੁਣ ਇੰਸ਼ੋਰੈਂਸ ਪ੍ਰੀਪੇਡ ਹੈ। ਹੁਣ ਜਿਹੜਾ ਪ੍ਰੀਪੇਡ ਹੈ ਯਾਨੀ ਕਿ ਹੁਣ ਇਹ ਇਸ ਸਾਲ ਦੇ ਖਰਚਿਆਂ ਦੇ ਵਿੱਚ ਐਡ ਕਰ ਰੱਖਿਆ ਆਪਾਂ, ਜਦਕਿ ਇਹ ਹੈਗਾ ਕਿਹਦੇ ਨਾਲ ਸੰਬੰਧਿਤ ਹੈ, ਇਹ ਨੈਕਸਟ ਈਅਰ ਨਾਲ ਰਿਲੇਟਡ, ਇਸ ਕਰਕੇ ਇਹਨੂੰ ਆਪਾਂ ਲੈਸ ਕਰਾਂਗੇ। ਠੀਕ ਹੈ ਜੀ, ਤਾਂ ਇਹਨੂੰ ਇੱਥੇ ਆਪਾਂ ਲੈਸ ਕੀਤਾ। ਰੈਂਟ ਰੇਟ ਐਂਡ ਟੈਕਸਿਸ, ਇਹ ਵੀ ਐਜ਼ ਇਟ ਇਜ਼ ਆ ਗਿਆ। ਐਕਸਪੈਂਸਿਸ, ਟ੍ਰੇਡ ਐਕਸਪੈਂਸਿਸ ਵੀ
ਬੈਡ ਡੈਟਸ, ਹਾਂਜੀ। ਹੁਣ ਬੈਡ ਡੈਟਸ ਜਿਹੜੇ 2000 ਨੇ, ਇਹ ਤੁਸੀਂ ਦੇਖਿਓ ਇਹ ਤੁਹਾਨੂੰ ਕੁਐਸਚਨ ਚ ਗਿਵਨ ਹੋਣਗੇ, ਠੀਕ ਹੈ। ਐਡ ਫਰਦਰ, ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਹੋਣਾ ਕਿ ਇੰਨੇ ਕੁ ਹੋਰ ਬੈਡ ਡੈਟਸ ਨੇਗੇ ਜਿਹੜੇ ਸਾਡੇ ਬੈਡ ਡੈਟਸ ਨੇ। ਇੱਕ ਤਾਂ ਇਹ ਨੇ ਜਿਹੜੇ ਸਾਨੂੰ ਬੈਲੈਂਸ ਸ਼ੀਟ ਚ ਗਿਵਨ ਹੁੰਦੇ ਨੇ, ਤੇ ਦੂਸਰੇ ਜਿਹੜੇ ਹੈਗੇ ਨੇ ਤੁਹਾਨੂੰ ਦਿੱਤੇ ਹੋਣਗੇ ਉਹ ਐਡੀਸ਼ਨਲ ਇਨਫੋਰਮੇਸ਼ਨ ਦੇ ਵਿੱਚ। ਹਾਂਜੀ, ਤਾਂ ਇਹਨਾਂ ਨੇ ਕਿਹਾ ਕਿ 4th ਪੁਆਇੰਟ ਹੈ ਬੱਚੇ, ਫਰਦਰ ਬੈਡ ਡੈਟਸ ₹1000 ਐਂਡ ਪ੍ਰੋਵੀਜ਼ਨ ਫॉर ਡਾਊਟਫੁਲ ਡੈਟਸ 5% ਔਨ ਡੈਟਰਸ ਐਂਡ ਡਿਸਕਾਊਂਟ ਔਨ ਡੈਟਰਸ 2%। ਹਾਂਜੀ, ਹੁਣ ਜਿਹੜਾ ਇਹ ਕੈਲਕੂਲੇਸ਼ਨ ਹੈ ਬਹੁਤ ਇੰਪੋਰਟੈਂਟ ਹੈ। 2000 ਦੇ ਜਿਹੜੇ ਬੈਡ ਡੈਟਸ ਨੇ ਆਲਰੇਡੀ ਸਾਨੂੰ ਕੁਐਸਚਨ ਚ ਗਿਵਨ ਨੇ ਕਿ 1000 ਉਹਨਾਂ ਨੇ ਐਡੀਸ਼ਨਲ ਇਨਫੋਰਮੇਸ਼ਨ ਚ ਦਿੱਤੇ ਨੇ, ਇਹਨਾਂ ਨੂੰ ਆਪਾਂ ਐਡ ਕਰਾਂਗੇ, ਠੀਕ ਹੈ। ਅੱਗੇ ਕੀ ਕਿਹਾ ਇਹਨਾਂ ਨੇ, ਕਹਿੰਦੇ ਪ੍ਰੋਵੀਜ਼ਨ ਫॉर ਡਾਊਟਫੁਲ ਡੈਟਸ। ਹੁਣ ਪ੍ਰੋਵੀਜ਼ਨ ਹੈ ਜਿਹੜੀ ਉਹ 4050 ਰੁਪੀਜ਼ ਦੀ ਨਿਕਲ ਕੇ ਆਈ ਹੈ, ਪਰ ਆਪਾਂ ਨੂੰ ਕਿਵੇਂ ਪਤਾ ਲੱਗਿਆ ਕਿ 4050 ਦੀ ਹੈ? ਤਾਂ ਇਹਦੇ ਲਈ ਆਪਾਂ ਕਰਾਂਗੇ ਜਿਹੜੇ ਡੈਟਰਸ ਨੇ ਬੱਚੇ ਸਾਡੇ, ਉਹਦੇ ਚੋਂ ਪਹਿਲਾਂ ਐਕਸਪੈਂਸਿਸ ਲੈਸ ਕਰਾਂਗੇ ਆਪਾਂ, ਉਹਦੇ ਤੇ ਫਿਰ ਪ੍ਰੋਵੀਜ਼ਨ ਲੱਗੇਗੀ, ਠੀਕ ਹੈ। ਹਾਂਜੀ, ਹੁਣ ਦੇਖੋ ਡੈਟਰਸ ਹੈਗੇ ਨੇ ਸਾਡੇ ਕੋਲ 82000 ਦੇ, ਜਿਹੜੇ ਡੈਟਰਸ ਨੇ ਉਹ ਸਾਡੇ ਕੋਲ ਹੈਗੇ ਨੇ 82000 ਦੇ, ਠੀਕ ਹੈ ਜੀ। ਤਾਂ ਇਹਨਾਂ ਨੇ ਕੀ ਕਿਹਾ ਕਿ ਤੁਸੀਂ ਨੇ ਪ੍ਰੋਵੀਜ਼ਨ ਲਾਉਣੀ ਹੈ 5% ਦੀ। ਓਕੇ, ਹੁਣ 82000 ਦੇ ਵਿੱਚੋਂ ਆਪਾਂ 1000 ਲੈਸ ਕਰ ਦੋ, ਠੀਕ ਹੈ। ਤਾਂ ਪਿੱਛੇ ਕਿੰਨੀ ਅਮਾਊਂਟ ਬਚ ਗਈ ਆਪਣੇ ਕੋਲੇ? 81000, ਠੀਕ ਹੈ। 81000 ਤੇ ਆਪਾਂ 5% ਲਾਵਾਂਗੇ ਤਾਂ ਕਿੰਨਾ ਬਣ ਜੂਗਾ? 81000 ਤੇ ਇਹਨਾਂ ਨੇ ਕਿਹਾ ਕਿ 5% ਲਾਓ, ਠੀਕ ਹੈ। 0 ਨਾਲ 0 ਕੱਟ ਦੋ ਫਿਰ ਜੀ, ਤਾਂ ਕਿੰਨਾ ਆ ਗਿਆ? 0 5 4050 ਰੁਪੀਜ਼ ਦੀ ਅਮਾਊਂਟ ਆਊਗੀ। ਦੇਖੋ ਜੇ ਤੁਹਾਨੂੰ ਆਪਾਂ ਕਰਕੇ ਦੇਖ ਸਕੀਏ ਇੱਥੇ 81000 into 5 by 100 ਕਿਉਂਕਿ 5% ਜਦੋਂ ਵੀ ਰਾਜੇ ਆਪਾਂ ਨੇ ਪ੍ਰੋਵੀਜ਼ਨ ਕੱਢਣੀ ਹੈ ਤਾਂ ਜਿਹੜੀ ਆਪਾਂ ਨੂੰ ਐਡੀਸ਼ਨਲ ਇਨਫੋਰਮੇਸ਼ਨ ਚ ਬੈਡਰਸ ਦੀ ਅਮਾਊਂਟ ਦਿੱਤੀ ਹੈ ਪਹਿਲਾਂ ਉਹਨੂੰ ਲੈਸ ਕਰੋਗੇ ਤੁਸੀਂ। ਜਿਵੇਂ ਮੈਂ ਆ ਦੇਖੋ ਪਹਿਲਾਂ 1000 ਲੈਸ ਕੀਤਾ, ਉਸ ਤੋਂ ਬਾਅਦ ਮੈਂ ਹੁਣ ਫੇਰ ਪ੍ਰੋਵੀਜ਼ਨ ਲਾਉਂਗੀ ਇੱਥੇ, ਹੈ ਨਾ। 82 ਦੇ ਵਿੱਚੋਂ ਪਿੱਛੇ ਕਿੰਨੀ ਰਹਿ ਗਈ ਅਮਾਊਂਟ? 81। ਜ਼ੀਰੋ ਨਾਲ ਆਪਾਂ 0 ਕੱਟ ਦੋ, ਆਹ ਵਾਲੀ 0 2 0 ਨੀਚੇ ਨੇ 2 ਉੱਪਰ ਨੇ, 0 ਨਾਲ 0 ਕੱਟ ਹੋ ਗਈ ਤਾਂ ਸਾਡੇ ਕੋਲ ਰਹੇਗੀ ਪਿੱਛੇ ਅਮਾਊਂਟ 810, ਠੀਕ ਹੈ। ਤਾਂ ਜਦੋਂ ਆਪਾਂ ਇਹਨੂੰ ਮਲਟੀਪਲਾਈ ਕੀਤਾ ਤਾਂ ਸਾਡੇ ਕੋਲ ਆ ਗਿਆ 4050 ਰੁਪੀਜ਼, ਠੀਕ ਹੈ ਜੀ। 4050 ਰੁਪੀਜ਼, ਓਕੇ। ਹਾਂਜੀ, ਤਾਂ ਹੁਣ ਇਹਨਾਂ ਨੇ ਇੱਕ ਆਪਾਂ ਨੂੰ ਓਲਡ ਪ੍ਰੋਵੀਜ਼ਨ ਵੀ ਦਿੱਤੀ ਹੁੰਦੀ ਹੈ, ਓਲਡ ਪ੍ਰੋਵੀਜ਼ਨ ਕੁਐਸਚਨ ਚ ਮਿਲੂਗੀ, ਉਹਨੂੰ ਕਰ ਦੋ ਲੈਸ 2500 ਰੁਪੀਜ਼ ਦੀ ਓਲਡ ਪ੍ਰੋਵੀਜ਼ਨ ਹੈ ਜਿਹੜੀ, ਉਹਨੂੰ ਲੈਸ ਕਰ ਦੋ, ਉਹਨੂੰ ਵੀ ਲੈਸ ਕਰ ਦਾਂਗੇ ਆਪਾਂ। ਹਾਂਜੀ, ਹੁਣ ਜਿਹੜਾ ਡਿਸਕਾਊਂਟ ਔਨ ਡੈਟਰਸ ਦਾ ਉਹ ਕੀ ਹੈ? ਡਿਸਕਾਊਂਟ ਔਨ ਡੈਟਰ ਕਿਤੇ ਲੱਗੂਗਾ ਰਾਜੇ? ਦੇਖੋ 82000 ਦੇ ਟੋਟਲ ਡੈਟਰਸ ਸੀਗੇ ਆਪਣੇ, 82000 ਦੇ ਟੋਟਲ ਡੈਟਰਸ ਸੀਗੇ, ਉਹਦੇ ਵਿੱਚੋਂ 1000 ਦੀ ਪ੍ਰੋਵੀਜ਼ਨ ਨਿਕਲ ਗਈ, ਪਿੱਛੇ ਵੀ ਰਹਿ ਗਏ ਸੀਗੇ 81000। 81000 ਦੇ ਵਿੱਚੋਂ ਵੀ 4050 ਰੁਪੀਜ਼ ਦੀ ਸਾਡੀ ਕੀ ਨਿਕਲ ਗਈ? ਪ੍ਰੋਵੀਜ਼ਨ ਨਿਕਲ ਗਈ। ਪਿੱਛੇ ਜੇ ਕਿੰਨੀ ਅਮਾਊਂਟ ਰਹਿ ਗਈ? ₹76,950 ਰੁਪੀਜ਼, ਠੀਕ ਹੈ ਜੀ। 76,950 ਰੁਪੀਜ਼। ਸੋ ਇਹ ਜਿਹੜੀ ਹੈਗੀ ਆ ਅਮਾਊਂਟ ਆਪਣੀ ਰਹੇਗੀ। ਹੁਣ ਇਹਨਾਂ ਨੇ ਕਿਹਾ ਕਿ ਜਿਹੜੀ ਅਮਾਊਂਟ ਬਚ ਗਈ ਉਹ ਤੇ ਆਪਾਂ 2% ਲਗਾਉਣੇ ਨੇਗੇ ਆਪਣੇ ਡਿਸਕਾਊਂਟ ਔਨ ਡੈਟਰਸ, ਠੀਕ ਹੈ। ਉਹ ਤੇ 2% ਲਾਵਾਂਗੇ ਆਪਾਂ। 1 ਮਿੰਟ, ਆਪਣੇ ਕੋਲ ਅਮਾਊਂਟ ਹੈਗੀ ਆ, ਦੇਖੋ ਜੀ 76,950 ਰੁਪੀਜ਼ into 2 divided by 100, ठीक है। हाँ जी, 1539 ਦੀ ਅਮਾਊਂਟ ਆ ਜਾਏਗੀ, ਆ ਗਈ ਰਾਜੀ ਆਪਣੇ ਕੋਲ, ਠੀਕ ਹੈ।
ਜੋ ਵੀ ਐਡੀਸ਼ਨਲ ਇਨਫੋਰਮੇਸ਼ਨ ਚ ਗਿਵਨ ਸੀਗਾ ਸਾਰਾ ਕੁਝ ਲੈਸ ਕੀਤਾ ਆਪਾਂ ਨੇ। ਦੇਖੋ ਮੈਂ ਦੁਬਾਰਾ ਦਿਖਾਉਂਦੀ ਹਾਂ ਤੁਹਾਨੂੰ ਟ੍ਰੀਟਮੈਂਟ ਇਹਦਾ, ਜੇ ਤੁਹਾਨੂੰ ਕੁਝ ਨਹੀਂ ਪਤਾ ਲੱਗਿਆ। ਠੀਕ ਹੈ, ਸਾਰੇ ਤੋਂ ਪਹਿਲੀ ਅਮਾਉਂਟ ਰਾਜੇ ਹੈਗੀ ਸੀ ਆਪਣੇ ਕੋਲ 82,000। ਠੀਕ ਹੈ, 82,000। ਠੀਕ ਹੈ, ਜੇ ਤੁਸੀਂ ਚਾਹੋ ਬੱਚੇ ਤੁਸੀਂ ਨੋਟ ਕਰ ਸਕਦੇ ਹੋ ਆਪਣੀ ਕਾਪੀ ਤੇ। ਮੈਨੂੰ ਥੋੜਾ ਦਿੱਕਤ ਆਉਂਦੀ ਹੈ, ਮੈਂ ਇਹਦੇ ਤੇ ਰਾਈਟ ਕਰਨ ਚ ਪ੍ਰੋਬਲਮ ਆ ਰਹੀ ਹੈ। ਹਾਂਜੀ, 82,000 ਦੀ ਅਮਾਉਂਟ ਹੈ, ਉਹਦੇ ਵਿੱਚੋਂ ਜਿਹੜੀ ਆਪਣੀ ਫਰਦਰ ਡੈਬਿਟਰਸ ਨੇ ਉਹ ਲੈਸ ਕਰ ਦਾਂਗੇ 1,000 ਦੇ। ਠੀਕ ਹੈ, ਉਸ ਤੋਂ ਬਾਅਦ ਨਿਊ ਪ੍ਰੋਵੀਜ਼ਨ ਵੀ ਲੈਸ ਕਰਾਂਗੇ, ਜਿੰਨਾ ਆਏਗਾ ਫਿਰ ਆ ਜਾਊਗਾ ਆਪਣੇ ਕੋਲ 76,950 ਰੁਪੀਜ਼। ਉਹਦੇ ਤੇ 2% ਲੱਗੇਗਾ। ਜਦੋਂ ਉਹਦੇ ਤੇ 2% ਤੁਸੀਂ ਲਾਓਗੇ ਇਨਟੂ 2 ਡਿਵਾਈਡਡ ਬਾਈ 100 ਤਾਂ 1,539 ਰੁਪੀਜ਼ ਦਾ ਜਿਹੜਾ ਡਿਸਕਾਊਂਟ ਆ ਉਹ ਡੈਟਰਸ ਤੇ ਤੁਹਾਨੂੰ ਇੱਥੇ ਹੋ ਜਾਏਗਾ ਜੀ। ਠੀਕ ਹੈ ਜੀ, ਇਹ ਰਹੀ ਹੈ ਅਮਾਊਂਟ। ਠੀਕ ਹੈ ਜੀ, 1,539। ਹਾਂਜੀ, ਪੋਸਟੇਜ ਦੇ ਐਕਸਪੈਂਸਿਸ ਆ ਗਏ ਆਪਣੇ ਕੋਲੇ। ਉਸ ਤੋਂ ਬਾਅਦ ਆ ਗਈ ਆਪਣੇ ਕੋਲੇ ਜੀ, ਦੇਖੋ ਨੈਕਸਟ। ਠੀਕ ਹੈ ਜੀ, ਪੋਸਟੇਜ ਦੇ ਐਕਸਪੈਂਸਿਸ ਆ ਗਏ, ਡੈਪਰੀਸ਼ੀਏਸ਼ਨ ਔਨ ਬਿਲਡਿੰਗ ਆ ਗਈ। ਠੀਕ ਹੈ ਜੀ, ਰਿਪੇਅਰ ਰੀਨਿਊਅਲ ਦੇ ਐਕਸਪੈਂਸਿਸ, ਟਰੈਵਲ ਐਕਸਪੈਂਸਿਸ, ਲੀਗਲ ਐਕਸਪੈਂਸਿਸ, ਜਿੰਨੇ ਵੀ ਐਕਸਪੈਂਸਿਸ ਨੇ ਉਹ ਸਾਰੇ ਆਪਾਂ ਇੱਥੇ ਸ਼ੋ ਕਰਤੇ ਨੇ। ਉਸ ਤੋਂ ਬਾਅਦ ਆ ਜਾਊਗਾ ਰਾਜੇ ਕ੍ਰੈਡਿਟ ਸਾਈਡ ਕੀ ਲਵਾਂਗੇ। ਹੁਣ ਕ੍ਰੈਡਿਟ ਸਾਈਡ ਆਪਾਂ ਸ਼ੋ ਕਰਨ ਦੇ ਲਈ ਸਾਡੇ ਕੋਲ ਹੈਗਾ ਡਿਸਕਾਊਂਟ ਰਿਸੀਵਡ, ਇਹ ਤੁਹਾਨੂੰ ਕ੍ਰੈਡਿਟ ਸਾਈਡ ਮਿਲ ਜੂਗਾ ਕੁਐਸਚਨ ਦੇ ਵਿੱਚੋਂ। ਕਮਿਸ਼ਨ ਰਿਸੀਵਡ ਇਹ ਵੀ ਮਿਲ ਜੂਗਾ, ਤੇ ਨਾਲ ਐਡੀਸ਼ਨਲ ਇਨਫੋਰਮੇਸ਼ਨ ਚ ਇੱਕ ਚੀਜ਼ ਦਿੱਤੀ ਹੋਈ ਹੈ ਕਿ ਐਡਵਾਂਸ ਕਮਿਸ਼ਨ। ਹੁਣ ਜਿਹੜਾ ਐਡਵਾਂਸ ਕਮਿਸ਼ਨ ਹੈ ਇਹਦਾ ਮਤਲਬ ਕੀ ਹੈ, ਇਹ ਨੈਕਸਟ ਈਅਰ ਦੇ ਨਾਲ ਰਿਲੇਟਡ ਹੈ, ਆਉਣ ਵਾਲੇ ਸਾਲ ਦੇ ਨਾਲ ਰਿਲੇਟਡ ਸੀਗਾ, ਬਟ ਆਪਾਂ ਹੁਣ ਅਚੀਵ ਕਰ ਲਿਆ। ਇਸ ਕਰਕੇ ਇਹਨੂੰ ਕੀ ਕਰਾਂਗੇ, ਇੱਥੋਂ ਲੈਸ ਕਰਾਂਗੇ। ਠੀਕ ਹੈ ਜੀ, ਸੋ ਇਹਨੂੰ ਲੈਸ ਕਰ ਦਾਂਗੇ। ਕਿੰਨੀ ਆ ਗਈ ਅਮਾਊਂਟ 3,000 ਦੀ। ਰੈਂਟ ਹੈ ਜਿਹੜਾ ਰੈਂਟ ਰਿਸੀਵੇਬਲ ਹੈ, ਯਾਨੀ ਕਿ ਆਊਟਸਟੈਂਡਿੰਗ ਰੈਂਟ ਹੈ ਬੇਟਾ 6,000 ਦੀ ਅਮਾਊਂਟ ਪਹਿਲਾਂ ਸੀਗੀ, ਔਰ 2,000 ਦੀ ਜਿਹੜਾ ਰੈਂਟ ਹੈ ਉਹ ਲੈਣਾ ਆਪਾਂ ਤਾਂ ਉਹ ਇਸ ਈਅਰ ਨਾਲ ਰਿਲੇਟ ਕਰ ਰਹੇ, ਇਸ ਕਰਕੇ ਉਹਨੂੰ ਆਪਾਂ 2,000 ਨੂੰ ਐਡ ਕਰਾਂਗੇ। ਜਦੋਂ ਇੱਥੇ ਫਿਰ ਬੇਟਾ ਜਦੋਂ ਆਪਾਂ ਨੇ ਦੋਨੋਂ ਸਾਈਡਾਂ ਦਾ ਟੋਟਲ ਕੀਤਾ, ਡੈਬਿਟ ਸਾਈਡ ਜ਼ਿਆਦਾ ਆ ਰਹੀ ਹੈ। ਜਦੋਂ ਡੈਬਿਟ ਸਾਈਡ ਜ਼ਿਆਦਾ ਆ ਰਹੀ ਹੁੰਦੀ ਹੈ, ਜਿਹੜੀ ਸਾਈਡ ਜ਼ਿਆਦਾ ਹੈ ਉਹਦਾ ਟੋਟਲ ਆਪਾਂ ਦੋਨੇ ਸਾਈਡ ਮੈਂਸ਼ਨ ਕਰ ਦਾਂਗੇ, ਘੱਟ ਵਾਲੀ ਨੂੰ ਉਹਦੇ ਵਿੱਚੋਂ ਲੈਸ ਕਰ ਦਾਂਗੇ, ਤਾਂ ਸਾਡੇ ਕੋਲ ਅਮਾਊਂਟ ਜਿਹੜੀ ਨਿਕਲ ਕੇ ਆਈ ਹੈ ਉਹਨੂੰ ਕੀ ਕਹਿੰਦੇ ਆਪਾਂ, ਨੈਟ ਲਾਸ। ਨੈਟ ਲਾਸ ਕਿੰਨੇ ਰੁਪਏ ਦਾ ਹੋ ਗਿਆ, 43,189 ਰੁਪੀਜ਼ ਦਾ। ਇੱਥੇ ਤੱਕ ਕੋਈ ਪ੍ਰੋਬਲਮ ਹੈ ਰਾਜੇ ਕਿਸੇ ਨੂੰ? ਕਲੀਅਰ ਹੈ ਨਾ ਸਭ ਨੂੰ? ਹਾਂਜੀ, ਜੇ ਕੋਈ ਵੀ ਬੱਚਾ ਕੁਝ ਪੁੱਛਣਾ ਚਾਹੁੰਦਾ ਪੁੱਛ ਸਕਦੇ ਹੋ। ਟ੍ਰੇਡਿੰਗ ਐਂਡ ਪ੍ਰੋਫਿਟ ਐਂਡ ਲਾਸ ਅਕਾਊਂਟ ਕਲੀਅਰ ਹੈ ਬੱਚੇ ਸਭ ਨੂੰ? ਓਕੇ, ਯੈਸ ਮੈਮ। ਓਕੇ, ਸੋ ਨੈਕਸਟ ਹੈਗਾ ਬੱਚੇ ਆਪਣੇ ਕੋਲ ਬੈਲੈਂਸ ਸ਼ੀਟ ਕਿੱਦਾਂ ਬਣਦੀ ਹੈ ਆਪਣੀ। ਬੈਲੈਂਸ ਸ਼ੀਟ ਬਣਾਉਣ ਦੇ ਲਈ ਆਪਾਂ ਐਕਸਰਸਾਈਜ਼ ਤੋਂ ਸ਼ੁਰੂ ਕਰ ਲੈਂਦੇ ਹਾਂ। ਆਪਣੇ ਕੋਲੇ ਦੇਖੋ ਰਾਜੇ, ਬੈਲੈਂਸ ਸ਼ੀਟ ਦਾ ਹੈਡਿੰਗ ਲਿਖਣਾ ਬਹੁਤ ਜ਼ਰੂਰੀ ਹੈ। ਬੈਲੈਂਸ ਸ਼ੀਟ ਫॉर द ईयर एंडिंग 31 मार्च 2017। ਹਾਂਜੀ, ਸਭ ਤੋਂ ਪਹਿਲਾਂ ਡੈਟਰਸ ਆ ਗਏ ਸਾਡੇ ਕੋਲੇ, ਤਾਂ ਉਹਦੇ ਵਿੱਚ ਜੋ ਵੀ ਡੈਟਰਸ ਦੇ ਉੱਪਰ ਅਗਰ ਕੋਈ ਵੀ ਖਰਚਾ ਆ ਰਿਹਾ ਜਿਹੜਾ ਐਡੀਸ਼ਨਲ ਇਨਫੋਰਮੇਸ਼ਨ 'ਚ ਹੈ ਉਹ ਸਾਰੇ ਲੈਸ ਕਰਦੇ ਜਾਵਾਂਗੇ। ਸਭ ਤੋਂ ਪਹਿਲਾਂ ਐਡੀਸ਼ਨਲ ਇਨਫੋਰਮੇਸ਼ਨ 'ਚ ਆਪਾਂ ਕੀ ਕੀਤਾ ਸੀਗਾ, 1,000 ਦੇ ਫਰਦਰ ਬੈਡਰਸ ਕੱਢੇ ਸੀਗੇ, ਨਿਊ ਪ੍ਰੋਵੀਜ਼ਨ ਕੱਢੀ ਹੈ ਤੇ ਡਿਸਕਾਊਂਟ ਕੱਢਿਆ, ਇਹ ਸਾਰਾ ਕੁਝ ਲੈਸ ਕਰ ਦੇਣਾ। ਠੀਕ ਹੈ ਜੀ, ਤਾਂ ਸਾਡੇ ਕੋਲ ਡੈਟਰ ਦੀ ਅਮਾਊਂਟ ਹੈ ਐਟ ਦਾ ਐਂਡ ਕਿੰਨੀ ਬਚ ਗਈ, 75,411। ਔਰ ਨੈਕਸਟ ਹੈਗਾ ਸਾਡੇ ਕੋਲ 50,000 ਦੇ BR ਬਿਲਸ ਰਿਸੀਵੇਬਲ। ਉਸ ਤੋਂ ਬਾਅਦ ਹੈਗੇ ਰਾਜੇ ਸਾਡੇ ਕੋਲ ਬਿਲਡਿੰਗ 1,10,000 ਦੀ ਲੈਸ, ਇਹਦੇ ਵਿੱਚੋਂ ਡੈਪਰੀਸ਼ੀਏਸ਼ਨ ਲੈਸ ਕਰ ਦਿੱਤੀ ਅਸੀਂ ਨੇ, ਤੇ ਰੈਂਟ ਰਿਸੀਵੇਬਲ। ਹੁਣ ਆਊਟਸਟੈਂਡਿੰਗ ਰੈਂਟ ਹੈ ਮੰਨ ਲਓ, ਜਾਂ ਰੈਂਟ ਲੈਣਾ ਹੈ ਕਿਸੇ ਤੋਂ ਆਪਾਂ ਹਲੇ, ਤਾਂ ਇਹਦਾ ਮਤਲਬ ਕੀ ਹੈ, ਉਹ ਪੈਸਾ ਸਾਡੇ ਲਈ ਐਸਟ ਹੈ। ਠੀਕ ਹੈ, ਪ੍ਰੀਪੇਡ ਇੰਸ਼ੋਰੈਂਸ। ਪ੍ਰੀਪੇਡ ਇੰਸ਼ੋਰੈਂਸ ਵੀ ਸਾਡੀ ਪ੍ਰੀਪੇਡ ਐਕਸਪੈਂਸ ਹੁੰਦੇ ਨੇ ਜਿਹੜੇ, ਉਹ ਕਿਵੇਂ ਸਾਡੀ ਐਸਟ ਹੁੰਦੇ ਨੇ। ਕਿਉਂ? ਕਿਉਂਕਿ ਇਹ ਪੈਸੇ ਆਪਾਂ ਅੱਗੇ ਫਿਊਚਰ 'ਚ ਜਾ ਕੇ ਪੇਮੈਂਟ ਨਹੀਂ ਕਰਨੀ। ਇੱਕ ਚੀਜ਼ ਹੋਰ ਹੈ, ਜਿਹੜੀ ਵੀ ਚੀਜ਼
एडिशनल इन्फॉर्मेशन च गिवन होंदी है ਉਹਦਾ दो जगह ਤੇ ट्रीटमेंट होगा, एक प्रॉफिट एंड लॉस ਤੇ दूसरा बैलेंस शीट। उस तो बाद हैगा क्लोजिंग स्टॉक 32,000। क्लोजिंग स्टॉक भी ਆਪਾਂ ਪਹਿਲਾਂ ट्रेडिंग अकाउंट ਦੇ ਵਿੱਚ ਪਾਇਆ ਸੀਗਾ ਤੇ ਫਿਰ ਬਾਅਦ ਚ ਉਹਨੂੰ ਸ਼ੋ ਕਰਦੇ ਆ ਬੈਲੈਂਸ ਸ਼ੀਟ ਦੇ ਵਿੱਚ। ਦੈਨ ਫਰਨੀਚਰ, ਇੱਥੇ ਕੋਈ ਡੈਪਰੀਸ਼ੀਏਸ਼ਨ ਇਸ ਕਰਕੇ ਇਹਨੂੰ ਆਪਾਂ ਡਾਇਰੈਕਟਲੀ ਰਿਕਾਰਡ ਕਰ ਲਿਆ। ਹਾਂਜੀ, ਨੈਕਸਟ ਹੈਗਾ ਕੈਪੀਟਲ ਲਾਇਬਿਲਿਟੀ ਸਾਈਡ ਤੇ ਆ ਜਾਓ। ਹੁਣ ਆਪਾਂ ਕੈਪੀਟਲ ਹੈਗੀ ਆ 3 ਲੱਖ ਰੁਪਈਸ ਦੀ, ਲੈਸ ਨੈਟ ਲਾਸ। ਜੇ ਕੋਈ ਲਾਸ ਹੋਇਆ ਡਿਊਰਿੰਗ ਦਾ ਈਅਰ ਉਹਨੂੰ ਲੈਸ ਕਰਾਂਗੇ ਆਪਾਂ। ਲੈਸ ਡਰਾਇੰਗਸ, ਜੇ ਕੋਈ ਡਰਾਇੰਗਸ ਨੇ ਉਹਨਾਂ ਨੂੰ ਵੀ ਲੈਸ ਕਰਾਂਗੇ। ਹਾਂਜੀ, ਬਿਲਸ ਪੇਬਲ ਆਪਣੀ ਲਾਇਬਿਲਿਟੀ ਹੈ, ਲੋਨ ਆਪਣੀ ਲਾਇਬਿਲਿਟੀ ਹੈ। ਐਡਵਾਂਸ ਕਮਿਸ਼ਨ, ਹੁਣ ਐਡਵਾਂਸ ਕਮਿਸ਼ਨ ਹੈ ਜਿਹੜਾ ਉਹ ਵੀ ਕੀ ਹੈ, ਲਾਇਬਿਲਿਟੀ ਹੈ ਆਪਣੀ। ਠੀਕ ਹੈ, ਜੇ ਕੋਈ ਖਰਚਾ ਟਾਈਮ ਤੋਂ ਪਹਿਲਾਂ ਪੇ ਕੀਤਾ ਜਾਂਦਾ ਹੈ ਖਰਚਾ ਨਹੀਂ, ਇਹ ਆਪਣੀ ਇਨਕਮ ਸੀਗੀ। ਜੇ ਕੋਈ ਇਨਕਮ ਟਾਈਮ ਤੋਂ ਪਹਿਲਾਂ ਪੇ ਕੀਤੀ ਜਾਂਦੀ ਤਾਂ ਉਹ ਕੀ ਆਪਣੀ ਲਾਇਬਿਲਿਟੀ। ਠੀਕ ਹੈ ਜੀ, ਲਾਇਬਿਲਿਟੀ ਕਿਉਂ? ਕਿਉਂਕਿ ਇਹ ਆਪਾਂ ਨੂੰ ਆਉਣ ਵਾਲੇ ਟਾਈਮ 'ਚ ਮਿਲਣਾ ਸੀਗਾ। ਆਊਟਸਟੈਂਡਿੰਗ ਸੈਲਰੀ ਵੀ ਆਪਣੀ ਲਾਇਬਿਲਿਟੀ ਹੈ। ਕਿਉਂ? ਕਿਉਂਕਿ ਇਹ ਆਉਣ ਵਾਲੇ ਟਾਈਮ ਦੇ ਵਿੱਚ ਪੇ ਕਰਨੀ, ਆਉਣ ਵਾਲੇ ਟਾਈਮ 'ਚ ਵੀ ਇਹ ਆਪਾਂ ਪੇ ਕਰਨੀ ਹੈ, ਕਿਸੇ ਵੀ ਟਾਈਮ ਸਾਨੂੰ ਪੇ ਕਰਨੀ ਪੈ ਸਕਦੀ ਹੈ। ਠੀਕ ਹੈ ਜੀ, ਦੋਨੋਂ ਸਾਈਡਾਂ ਦਾ ਆਪਾਂ ਟੋਟਲ ਕੀਤਾ ਤਾਂ ਸਾਡੇ ਕੋਲ ਜਿਹੜੀ ਅਮਾਊਂਟ ਹੈ ਉਹ ਸੇਮ ਆ ਜਾਏਗੀ 2,83,611। ਠੀਕ ਹੈ ਜੀ, ਹੁਣ ਇਹਦੇ 'ਚ ਕੋਈ ਪ੍ਰੋਬਲਮ ਕਿਸੇ ਵੀ ਬੱਚੇ ਨੂੰ? ਕਲੀਅਰ ਹੈ ਬੱਚੇ ਸਭ ਨੂੰ ਇਹ? ਹਾਂਜੀ, ਕਲੀਅਰ ਹੈ ਜਾਂ ਨਹੀਂ? यस। ਓਕੇ, ਗੁੱਡ। ਹੁਣ ਆਪਾਂ ਨੈਕਸਟ ਕੁਐਸਚਨ ਦੇਖਦੇ ਹਾਂ। ਨੈਕਸਟ ਹੈਗਾ ਬੱਚੇ, ਆਪਾਂ ਅਗਲਾ ਟੌਪਿਕ ਦੇਖਦੇ ਹਾਂ ਇਸੇ ਟੌਪਿਕ, ਇਸੇ ਚੈਪਟਰ ਦਾ। ਹਾਂਜੀ, ਹੁਣ ਸਾਡੇ ਕੋਲ ਦਿੱਤਾ ਹੋਇਆ ਰਾਜੇ ਚੈਪਟਰ, ਮੈਂ 1 ਬਾਈ 1 ਪੁੱਛਦੀ ਹਾਂ ਤੁਹਾਡੇ ਤੋਂ। ਹਾਂਜੀ, ਅਮਨਜੋਤ ਅਨਮਿਊਟ ਕਰੋ ਬੇਟਾ, ਅਨਮਿਊਟ ਕਰਿਓ। ਅਮਨਜੋਤ बेटा अनम्यूट करो।
ਅਮਨਜੋਤ, ਕੈਨ ਯੂ ਹੀਅਰ ਮੀ? ਅੰਬਰਜੀਤ ਤੁਸੀਂ ਅਨਮਿਊਟ ਕਰੋ ਰਾਜੀ। ਅੰਬਰਜੀਤ बेटा मेरी आवाज नहीं आ रही ਤੁਹਾਨੂੰ? ਅੰਬਰਜੀਤ ਅਨਮਿਊਟ ਕਰੋ। जितेश Yes, ma'am. हाँ जी। ਪ੍ਰਿੰਟਿੰਗ ਐਂਡ ਸਟੇਸ਼ਨਰੀ ਕੀ ਚੀਜ਼ ਹੈ ਰਾਜੇ? ਕਿੱਥੇ ਇਹਦਾ ਟ੍ਰੀਟਮੈਂਟ ਕਰਾਂਗੇ ਆਪਾਂ? Profit and loss ਚ ਕਿਹੜੀ ਸਾਈਡ? debit expenses. ਗੁੱਡ। ਨੈਕਸਟ ਨਵਜੋਤ ਅਨਮਿਊਟ ਕਰੋ। ਹਾਂਜੀ ਤੁਸੀਂ ਮੈਨੂੰ ਦੱਸੋ ਬਿਲਸ ਰਿਸੀਵੇਬਲ ਕੀ ਹੁੰਦੇ ਨੇ, ਕਿੱਥੇ ਟ੍ਰੀਟਮੈਂਟ ਕਰਾਂਗੇ ਆਪਾਂ ਉਹਦਾ? बिल रिसीवेबल मैम एसेट लाइन। ਐਸੈਟ, ਠੀਕ ਹੈ ਜੀ। ਔਰ ਇੱਕ ਮੈਨੂੰ ਹੋਰ ਚੀਜ਼ ਦੱਸੋ, ਇੰਟਰਸਟ ਔਨ ਇਨਵੈਸਟਮੈਂਟ ਕਿੱਥੇ ਪਾਵਾਂਗੇ? प्रॉफिट एंड लॉस दी क्रेडिट साइड। यस वेरी गुड, ठीक है। नेक्स्ट सनमप्रीत। सनमप्रीत अनम्यूट करो बच्चे। सनमप्रीत हाँ जी सनम तुसी दसो मैनू आउटस्टैंडिंग रेंट कित्थे दा ट्रीटमेंट करांगे आपां? सनम कैन यू हियर मी? हाँ जी आवाज नहीं आ रही थोड़ी मेरे को। हाँ जी सनमप्रीत के कादी डेबिट साइड? प्रॉफिट एंड लॉस। बस होर? बैलेंस शीट च भी मैम बैलेंस शीट च केड़ी साइड? लायबिलिटी साइड मैम। ठीक है। और कोई स्टूडेंट हैगा? रिधिमा रिधिमा अनम्यूट करो बेटा। हाँ जी गुड आफ्टरनून रिधिमा। बेटा ਆਪਾਂ डिस्काउंट है ਤੁਹਾਡਾ ਜਿਹੜਾ ਉਹ ਡੈਬਿਟ ਸਾਈਡ ਗਿਵਨ ਹੈ ਸਾਹਮਣੇ ਸਕਰੀਨ ਤੇ ਸ਼ੋ ਹੋ ਰਿਹਾ ਹੈ, ਠੀਕ ਹੈ। ਇਹਦਾ ਟ੍ਰੀਟਮੈਂਟ ਕਿਵੇਂ ਕਰਾਂਗੇ ਆਪਾਂ ਅੱਗੇ ਨੈਕਸਟ? गुड आफ्टरनून। ਗੁੱਡ ਆਫਟਰਨੂਨ ਜੀ। ਡਿਸਕਾਊਂਟ ਦਾ ਟ੍ਰੀਟਮੈਂਟ ਕਿਵੇਂ ਕਰਾਂਗੇ ਬੱਚੇ? डिस्काउंट मैम प्रॉफिट एंड लॉस अकाउंट दी डेबिट साइड पे शो करांगे। हाँ जी गुड।
डिस्काउंट मैम प्रॉफिट एंड लॉस अकाउंट दी डेबिट साइड ते लिख हाँ जी हाँ जी हाँ जी पता चल गया। ओके बच्चे गुड। म्यूट करो अंबरजीत, अनम्यूट करो। अंबरजीत अनम्यूट करो। आई थिंक अंबरजीत तक मेरी आवाज नहीं आ रही। सिमरनप्रीत बेटा अनम्यूट करो। सिमरनप्रीत हाँ जी बेटा। तो साडे कोल हैगा इंटरस्ट ऑन लोन। इंटरस्ट ऑन लोन एडिशनल इनफॉर्मेशन च गिवन हैगा किथे किथे आपां दा ट्रीटमेंट करांगे। सिमरन प्रॉफिट एंड लॉस अकाउंट दी डेबिट साइड हाँ जी होर मैम एक बैलेंस शीट दे विच हाँ जी जे साडा कोई आउटस्टैंडिंग या प्रीपेड हो गए इंटरस्ट ठीक है उस केस दे विच आपां नूं प्रॉफिट एंड लॉस अकाउंट च शो करांगे बैलेंस शीट भी शो करांगे। हाँ जी ऑलराइट। अंबरजीत ने नहीं अनम्यूट किया हैगा पता नहीं उहदे तक मेरी आवाज़ नहीं आ रही पता नहीं की प्रॉब्लम है। सो बेटा एक लॉन्ग क्वेश्चन है पूरा देखो कितना काफ़ी ज़्यादा लेंथी है ये ते ਤੁਹਾਡੀ बुक च है ਆਪਾਂ ਨੂੰ बहुत ਸਾਰੀਆਂ ਇਹਦੇ ਵਿੱਚ ਐਡਜਸਟਮੈਂਟਸ ਨੇਗੀਆਂ। क्लोजिंग स्टॉक आ गया वेजेस आउटस्टैंडिंग सैलरी रेंट वगैरह फायर इंश्योरेंस प्रीमियम इंक्लूड ਤਾਂ ਇਹਦੇ ਵਿੱਚ ਵੀ ਪ੍ਰੀਪੇਡ ਹੈ ठीक है। काफ़ी लेंथी क्वेश्चन है बेटा ये क्वेश्चन ਨੂੰ ਨਾ ਤੁਸੀਂ ਖੁਦ ਇੱਕ ਵਾਰੀ ਸਾਰਾ ਦੇਖੋਗੇ ਕਿ ਕਿੱਦਾਂ ਇਹ ਫਾਈਂਡ ਆਊਟ ਕੀਤੀ ਹੋਈ ਹੈ ਇਹਦੇ ਵਿੱਚ ਜਿਹੜੀ ਵੀ ਆਪਣੇ ਕਿੱਦਾਂ ਸਟੇਟਮੈਂਟ ਆ ਸਾਰੀ ਸੋਲਵ ਕੀਤੀ ਹੋਈ ਹੈ ਤੁਸੀਂ ਖੁਦ ਦੇਖਣਾ ਜੇ ਫਿਰ ਜੇ ਇੱਥੇ ਕੋਈ ਵੀ ਪ੍ਰੋਬਲਮ ਆਉਂਦੀ ਆਪਾਂ ਉਹਨੂੰ ਸੋਲਵ ਕਰਾਂਗੇ ਠੀਕ ਹੈ। ਤੇ ਇਸ ਤੋਂ ਬਾਅਦ ਵਾਲੇ ਰਾਜੇ ਜਿਹੜੇ ਕੁਐਸਚਨਸ ਨੇ ਆਪਣੇ ਉਹ ਵੀ ਤੁਸੀਂ ਸੋਲਵ ਕਰਨੇ ਨੇ। ਹੁਣ ਜਿਹੜਾ ਇਹ ਚੈਪਟਰ ਇਹਦੇ ਵਿੱਚ ਸਿਰਫ ਪ੍ਰੈਕਟਿਸ ਦੇ ਨਾਲ ਹੀ ਹੈ ਜਿਹੜਾ ਕੁਝ ਹੋਣਾ ਹੈ ਇਸ ਤੋਂ ਇਲਾਵਾ ਕੋਈ ਹੋਰ ਤਰੀਕਾ ਨਹੀਂ ਹੈਗਾ ਇਹ ਕੋਈ ਚੈਪਟਰ ਨੂੰ ਚੰਗੇ ਤਰੀਕੇ ਨਾਲ ਕਰਨ ਦਾ। ਜਿੰਨਾ ਤੁਸੀਂ ਪ੍ਰੈਕਟਿਸ ਕਰੋਗੇ ਉਨੇ ਅੱਛੇ ਤਰੀਕੇ ਨਾਲ ਤੁਹਾਨੂੰ ਇਹ ਚੈਪਟਰ ਜਿਹੜਾ ਹੈਗਾ क्लीयर होता जाना है ठीक है। लेट मी चेक कितने क्वेश्चन पेंडिंग ने ਤੁਹਾਡੇ ਹਲੇ। ਦੇ ਹੈਗੇ ਤੁਹਾਡੇ ਕੁਐਸਚਨਸ हाँ जी बच्चे न्यूमेरिकल मैं ਤੁਹਾਨੂੰ ਦੋ ਦੱਸੇ ਸੀਗੇ ਕੱਲ ਤੇ ਨੈਕਸਟ 5 न्यूमेरिकल ਨੇ ਜਿਹੜੇ ਤੁਸੀਂ ਨੇ 6 ਨੈਕਸਟ 5 न्यूमेरिकल ਨੇ ਉਹ ਤੁਸੀਂ ਸੋਲਵ ਕਰਨੇ ਨੇ ਠੀਕ ਹੈ। ਟੋਟਲ 10 ਨੇਗੇ टोटल 10 नहीं सॉरी ज़्यादा नहीं 15 ने तुसी अज जिहड़ा हैगा वो करोगे 3 तो लैके 7 तक ठीक है। 4 न्यूमेरिकल कंप्लीट कर लियो अज दे ओके बेटा। अज दी डायरी है तुहाडी NCERT बुक दे नैक्सट 4 न्यूमेरिकल यानी कि फ्रॉम 3 to 7 5 बन गए 5 न्यूमेरिकल ने तुसी जिहड़े अपनी फिर नोटबुक ते सॉल्व करोगे ठीक है बेटा। जे किते भी कोई प्रॉब्लम आउंदी है तुसी मैसेज कर सकते हो या फिर नैक्सट क्लास दे विच तुसी अपनी क्वेरीज लैके आ सकते हो आपां उत्ते डिस्कस करांगे
ਕੱਲ ਦਾ ਦਿਨ ਹੋਰ ਲੱਗਣਾ ਇਹ ਵਾਲੇ ਚੈਪਟਰ ਇਹ ਵਾਲੇ ਟੌਪਿਕ ਤੇ ਸਾਡਾ ਜਿਹੜਾ ਟੌਪਿਕ ਹੈ ਬਿਲਕੁਲ ਕੰਪਲੀਟ ਹੋ ਚੁੱਕਿਆ। ਠੀਕ ਹੈ ਬੇਟਾ, ਐਨੀ ਅਦਰ question if you want to ask any query ਕੋਈ ਵੀ ਪ੍ਰੋਬਲਮ ਹੈ ਤੁਸੀਂ ਪੁੱਛ ਸਕਦੇ ਹੋ ਬੇਟਾ। मतलब एनसीईआरटी बुक नहीं है जी। ਹੈ ਨਹੀਂ ਰਾਜੇ ਤੁਹਾਡੇ ਕੋਲ? हाँ जी। ਆਨਲਾਈਨ ਤੁਹਾਨੂੰ ਮਿਲ ਜੂਗੀ NCERT ਬੁੱਕ, ਜਾਂ ਫਿਰ ਤੁਸੀਂ ਸਿੱਧਾ ਸਿੰਪਲ ਗੂਗਲ ਤੇ ਸਰਚ ਕਰ ਲਓ ਬੁੱਕ ਦਾ ਨਾਮ ਫਾਈਨੈਂਸ਼ੀਅਲ ਸਟੇਟਮੈਂਟ NCERT। ਠੀਕ ਹੈ, ਉਹਦੇ ਵਿੱਚ ਕੁਐਸਚਨ ਮਿਲ ਜਾਣਗੇ ਤੁਹਾਨੂੰ। ਇਹ ਅਗਰ ਤੁਹਾਡੇ ਕੋਲ ਰੈਫਰੈਂਸ ਬੁੱਕ Okay, ma'am. ਹੈ ਤੁਸੀਂ ਉਹਦੇ ਵਿੱਚ ਕੁਐਸਚਨ ਕਰਨਾ ਚਾਹੁੰਦੇ ਹੋ ਉੱਥੋਂ ਵੀ ਕਰ ਸਕਦੇ ਹੋ, ਨੋ ਪ੍ਰੋਬਲਮ, ਕਿਉਂਕਿ ਮੈਕਸਿਮਮ ਤੁਹਾਡੀ ਕਲਾਸ ਦੇ ਬੱਚਿਆਂ ਕੋਲ NCERT ਨੇ, ਇਸ ਕਰਕੇ ਮੈਂ NCERT ਚੋਂ ਦਿੱਤਾ ਤੁਹਾਨੂੰ। ਠੀਕ ਹੈ, ਤੁਸੀਂ 5 ਕੁਐਸਚਨ Okay, ma'am. ਸੋਲਵ ਕਰਨੇ ਨੇ, ਕਿਹੜੇ ਮਰਜ਼ੀ ਹੋਏ ਐਡਜਸਟਮੈਂਟ ਵਾਲੇ। ਠੀਕ ਹੈ, ठीक है। ਹਾਂਜੀ ਹਾਂ। ਓਕੇ ਬੇਟਾ, ਥੈਂਕ ਯੂ ਫॉर ਅਟੈਂਡਿੰਗ ਦ ਕਲਾਸ, ਸੀ ਯੂ ਟੁਮਾਰੋ, ਟਿਲ ਦੈਨ ਟੇਕ ਕੇਅਰ ਤੇ ਪੜ੍ਹਦੇ ਰਹੋ Okay, ma'am. ਘਰੇ ਬਹਿ ਕੇ, ਠੰਡ ਬਹੁਤ ਹੈ। ठीक है।